7ਵਾਂ पे कमीशन ਜਿਹੜਾ 1 ਅਕਤੂਬਰ 2022 ਤੋਂ ਜਿਹੜਾ ਇੰਪਲੀਮੈਂਟ ਹੋ ਜਾਊਗਾ। ਕੀ ਇਸ ਦੇ ਨਾਲ ਉਹਨਾਂ ਨੂੰ ਵੀ ਫਾਇਦਾ ਹੋਵੇਗਾ ਜਿਹੜੇ UGC ਕਲੀਅਰਡ ਹੈਗੇ ਨੇ? ਇਹ ਉਹਨਾਂ ਤੇ ਲਾਗੂ ਹੋਊਗਾ ਜਿਹੜੇ ਆਲਰੇਡੀ ਪਰਮਾਨੈਂਟ ਪੋਸਟਾਂ ਤੇ ਹੈ। ਕੀ ਰੈਗੂਲਰ ਭਰਤੀ ਜਿਹੜੀ ਹੈਗੀ ਅਸਿਸਟੈਂਟ ਪ੍ਰੋਫੈਸਰਾਂ ਦੀ ਪਿਛਲੀ ਸਰਕਾਰ ਦੇ ਵਿੱਚ ਉਹ ਮੈਟਰ ਸਬ ਜੁਡਿਸ ਹੋ ਗਿਆ ਕਿ ਉਸ ਨੂੰ ਲੈ ਕੇ ਵੀ ਕਰ ਰਹੇ ਹੋ ਕਿ ਭਰਤੀ ਵੀ ਕੀਤੀ ਜਾਏਗੀ? 97 ਤੋਂ ਬਾਅਦ ਕਿਸੇ ਵੀ ਗਵਰਨਮੈਂਟ ਕਾਲਜ ਨੇ ਪਰਮਾਨੈਂਟ ਅਪਾਇੰਟਮੈਂਟ ਨਹੀਂ ਕੀਤੀ। 8736 ਕੱਚੇ ਅਧਿਆਪਕ ਪੱਕੇ ਕੀਤੇ ਆ। ਇਹ ਉਹੀ ਕੱਚੇ ਅਧਿਆਪਕ ਪੱਕੇ ਹੋਏ ਆ ਜਿਹੜੇ ਸਰਕਾਰ ਬਣਨ ਤੋਂ ਬਾਅਦ 36000 ਕੱਚੇ ਮੁਲਾਜ਼ਮ ਪੱਕੇ ਕਰਨ ਦਾ ਜਿਹੜਾ ਵਾਅਦਾ ਮਾਨ ਸਾਹਿਬ ਨੇ ਕੀਤਾ ਸੀ, ਉਹਨੂੰ ਅੱਜ ਅਮਲੀ ਜਾਮਾ ਪਹਿਨਾਉਂਦੇ ਹੋਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜਗਬਾਣੀ TV। ਅੱਜ ਭਗਵੰਤ ਮਾਨ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈਗਾ। UGC ਦਾ ਪੇ ਸਕੇਲ ਜਿਹੜਾ ਹੈਗਾ 7ਵਾਂ ਪੇ ਵੇਤਨ ਜਿਹੜਾ ਹੈਗਾ ਉਹ ਹੁਣ ਮਿਲੇਗਾ। 1 ਅਕਤੂਬਰ ਤੋਂ ਜਿਹੜੀ ਹੈਗੀ ਆ ਨੋਟੀਫਿਕੇਸ਼ਨ ਜਾਰੀ ਹੋਵੇਗੀ, ਜਿਸ ਦੇ ਨਾਲ ਕਈ ਲੰਬੇ ਸਮੇਂ ਤੋਂ ਅਸਿਸਟੈਂਟ ਪ੍ਰੋਫੈਸਰ, ਗੈਸਟ ਲੈਕਚਰਰ, ਚਾਹੇ ਉਹ ਟੈਂਪਰੇਰੀ ਪ੍ਰੋਫੈਸਰ ਹੋਣ, ਉਹਨਾਂ ਦੀ ਡਿਮਾਂਡ ਸੀ ਕਿ ਉਹਨਾਂ ਨੂੰ ਬਣਦਾ ਮਾਨ ਸਨਮਾਨ ਤੇ ਉਹਨਾਂ ਦੀ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ। ਤੇ ਪੰਜਾਬ ਦੇ ਵਿੱਚ ਹੀ ਇਹ 7ਵਾਂ ਵੇਤਨ ਪੇ ਸਕੇਲ ਜਿਹੜਾ ਹੈਗਾ ਲਾਗੂ ਨਹੀਂ ਸੀ ਤੇ ਹੁਣ ਨੋਟੀਫਿਕੇਸ਼ਨ ਜਿਹੜੀ ਹੈਗੀ ਆ ਉਹ 1 ਅਕਤੂਬਰ ਤੋਂ ਜਾਂ 2 ਅਕਤੂਬਰ ਤੋਂ ਸਰਕਾਰ ਜਾਰੀ ਕਰੇਗੀ। ਸਾਡੇ ਨਾਲ ਮਾਲਵਿੰਦਰ ਕੰਗ ਹਨ, ਉਹਨਾਂ ਨਾਲ ਗੱਲਬਾਤ ਕਰਾਂਗੇ। ਕੰਗ ਸਾਹਿਬ, ਇਹ ਮੁੱਦਿਆਂ ਨੂੰ ਲੈ ਕੇ ਤੁਸੀਂ ਖੁਦ ਯੂਨੀਵਰਸਿਟੀ ਦੇ ਵਿੱਚ ਧਰਨੇ ਪ੍ਰਦਰਸ਼ਨ ਕਰਦੇ ਰਹੇ ਹੋ, ਹੁਣ ਸਰਕਾਰ ਤੁਹਾਡੀ ਹੈਗੀ ਹੈ, ਵੱਡਾ ਫੈਸਲਾ ਹੈਗਾ। ਕਿੰਨੇ ਕੁ ਲੋਕਾਂ ਦੇ ਫੋਨ ਆਏ ਤੁਹਾਡੇ ਸਾਥੀਆਂ ਦੇ? ਨਹੀਂ, ਦੇਖੋ, ਸੁਭਾਵਿਕ ਤੌਰ ਤੇ ਹੈ ਜਦੋਂ ਇੱਕ ਵਧੀਆ ਫੈਸਲਾ ਹੋਏ, ਔਰ ਖਾਸ ਕਰ ਉਹ परिस्थितियां कि ਜਦੋਂ ਉਹ ਅਗਲੇ ਕਈ ਸਾਲਾਂ ਤੋਂ ਐਜੀਟੇਸ਼ਨ ਤੇ ਹੈ। ਔਰ ਇਹ ਕਿੱਡੀ ਅਨਫੋਰਚੂਨੇਟ ਗੱਲ ਸੀ, ਮੰਦਭਾਗੀ, ਵੀ ਜਿਹੜੇ ਸਾਡੇ ਟੀਚਰਸ ਕਮਿਊਨਿਟੀ ਆ, ਖਾਸ ਕਰ ਜਿਹੜੇ ਲੈਕਚਰਾਰ ਔਰ ਯੂਨੀਵਰਸਿਟੀ ਪ੍ਰੋਫੈਸਰ ਸਾਹਿਬਾਨ ਹੈ, ਜਿਨ੍ਹਾਂ ਨੇ ਅਗਲੀ ਜਨਰੇਸ਼ਨ ਨੂੰ ਜਿਹੜਾ ਸੰਵਾਰਨਾ, ਤਿਆਰ ਕਰਨਾ ਹੈ ਭਵਿੱਖ ਨੂੰ, ਔਰ ਉਹਨਾਂ ਨੂੰ ਉਹਨਾਂ ਦੇ ਜਿਹੜੀ ਪੇ ਕਮਿਸ਼ਨ ਤੋਂ ਜਿਹੜਾ ਹੈਗਾ ਆ ਵਾਂਝਾ ਰੱਖਿਆ ਗਿਆ। ਔਰ ਖਾਸ ਕਰ ਉਦੋਂ ਜਦੋਂ ਸਾਰੇ ਮੁਲਕ 'ਚ ਇਹ ਲਾਗੂ ਕਈ ਸਾਲ ਪਹਿਲਾਂ ਹੋ ਚੁੱਕਿਆ ਹੈ। ਔਰ 2017 ਤੋਂ ਲਗਾਤਾਰ ਕਾਂਗਰਸ ਦੀ ਸਰਕਾਰ ਨੇ ਇਹਨਾਂ ਨੂੰ ਲਾਰੇ ਲਾਏ ਔਰ ਤਕਰੀਬਨ 20000 ਤੋਂ ਵੱਧ ਜਿਹੜੇ ਸਾਡੇ ਲੈਕਚਰਾਰ ਪ੍ਰੋਫੈਸਰ ਇਹਦੇ 'ਚ ਕਵਰ ਹੁੰਦੇ ਆ। ਅਸੀਂ ਇਲੈਕਸ਼ਨ ਤੋਂ ਪਹਿਲਾਂ ਮਾਨ ਸਾਹਿਬ ਦੇ ਸਰਕਾਰ ਨੇ ਔਰ ਈਵਨ ਇਲੈਕਸ਼ਨ ਜਾਣ ਤੋਂ ਪਹਿਲਾਂ ਅਸੀਂ ਮਤਲਬ ਪਾਰਟੀ ਨੇ ਇਹ 'ਤੇ ਇੱਕ ਬਹੁਤ ਡਿਟੇਲ 'ਚ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਪ੍ਰੈਸ ਕਾਨਫਰੰਸ ਕਰਕੇ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਅਸੀਂ ਇਹ ਪ੍ਰਾਇਓਰਿਟੀ 'ਤੇ ਲਾਗੂ ਕਰਾਂਗੇ। ਔਰ ਅੱਜ ਮਾਨ ਸਾਹਿਬ ਨੇ ਆਪਣੀ ਉਸ ਕਮਿਟਮੈਂਟ ਨੂੰ ਪੂਰੀ ਕਰਦੇ ਹੋਏ ਅੱਜ 7ਵਾਂ ਪੇ ਕਮਿਸ਼ਨ ਜਿਹੜਾ 1 ਅਕਤੂਬਰ 2022 ਤੋਂ ਜਿਹੜਾ ਇੰਪਲੀਮੈਂਟ ਹੋ ਜਾਊਗਾ। ਔਰ ਮੈਨੂੰ ਲੱਗਦਾ ਹੈ ਵੀ ਇਹ ਇੱਕ ਉਸੇ ਤਰੀਕੇ ਦਾ ਫੈਸਲਾ ਆ ਜਿਹੜੇ ਲੋਕ ਅਗਲੀ ਆਉਣ ਵਾਲੀ ਜਨਰੇਸ਼ਨ ਦੇ ਪ੍ਰਤੀ ਸਜਗ ਹੈ, ਜਾਗਰੂਕ ਹੈ, ਉਹਨਾਂ ਪ੍ਰਤੀ ਫਿਕਰਮੰਦ ਹੈ, ਉਹਨਾਂ ਨੂੰ ਧਿਆਨ 'ਚ ਰੱਖ ਕੇ ਹੀ ਮਾਨ ਸਾਹਿਬ ਨੇ ਇਹ ਫੈਸਲਾ ਲਿਆ। ਤੇ ਕਿਵੇਂ ਦੇਖਦੇ ਹੋ ਕੰਗ ਸਾਹਿਬ, ਇੱਕ ਕਾਲਜਸ ਦੇ ਵਿੱਚ ਸੁਸਾਇਟੀਆਂ ਬਣੀਆਂ ਹੋਈਆਂ ਹੈਗੀਆਂ ਨੇ, ਕੀ ਇਸ ਦੇ ਨਾਲ ਉਹਨਾਂ ਨੂੰ ਵੀ ਫਾਇਦਾ ਹੋਵੇਗਾ ਜਿਹੜੇ UGC ਕਲੀਅਰਡ ਹੈਗੇ ਨੇ, PhD ਹੋਲਡਰ, ਕਾਫੀ ਬਹੁਤ ਵੱਡੀ ਸਕੇਲ ਦੇ ਵਿੱਚ ਅਜਿਹੇ ਨੌਜਵਾਨ ਹੈਗਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾ ਰਿਹਾ ਹੈਗਾ? ਦੋ ਤਿੰਨ ਗੱਲਾਂ ਹੈ। ਅੱਜ ਟੀਚਰਸ ਡੇ ਹੈ। ਇਹ ਜਿਹੜਾ 7ਵਾਂ ਪੇ ਕਮਿਸ਼ਨ ਹੈ ਇਹ ਉਹਨਾਂ ਤੇ ਲਾਗੂ ਹੋਊਗਾ ਜਿਹੜੇ ਆਲਰੇਡੀ ਪਰਮਾਨੈਂਟ ਪੋਸਟਾਂ ਤੇ ਹੈ, ਲੈਕਚਰਰ ਹੈ ਚਾਹੇ ਪ੍ਰੋਫੈਸਰ ਹੈ, ਚਾਹੇ ਕਾਲਜਾਂ 'ਚ ਚਾਹੇ ਯੂਨੀਵਰਸਿਟੀਜ਼ 'ਚ। ਇੱਕ ਗੱਲ। ਦੂਜੀ ਗੱਲ ਜਿਹੜੀ ਤੁਹਾਡਾ ਬੜਾ ਅਹਿਮ ਸਵਾਲ ਹੈ, ਜਿਹੜੇ ਸਾਡੇ ਲੈਕਚਰਰ ਗੈਸਟ ਫੈਕਲਟੀ ਤੇ ਸੀ ਜਾਂ ਕੰਟਰੈਕਟ ਤੇ ਸੀ, ਉਹ ਵੀ ਕਈ ਸਾਲਾਂ ਤੋਂ ਬਹੁਤ ਘੱਟ ਜਿਹੜੀ ਤਨਖਾਹ ਤੇ ਕੰਮ ਕਰ ਰਹੇ ਸੀ। ਉਹਨਾਂ ਦਾ ਜਿਹੜਾ ਉਹਦੇ ਨਾਲ ਮੈਨੂੰ ਲੱਗਦਾ ਨਹੀਂ ਵੀ ਘਰ ਦਾ ਗੁਜ਼ਾਰਾ ਜਿਹੜੇ ਅੱਜ ਹਾਲਾਤਾਂ 'ਚ ਹੋ ਸਕਦਾ ਸੀ, ਕਿਉਂਕਿ ਕਈ ਸਾਲਾਂ ਤੋਂ ਇੱਕ ਉਹੀ ਪੇ ਸਕੇਲ ਜਿਹੜਾ ਚੱਲੀ ਜਾ ਰਿਹਾ ਸੀ ਔਰ ਉਹਦੇ 'ਤੇ ਵੀ ਕਿਸੇ ਸਰਕਾਰ ਨੇ ਬਹੁਤ ਮੈਨੂੰ ਲੱਗਦਾ ਹੈ ਵੀ ਫਿਕਰਮੰਦੀ ਨਾਲ ਵਿਚਾਰ ਨਹੀਂ ਕੀਤਾ, ਨਾ ਧਿਆਨ ਦਿੱਤਾ। ਗੱਲ ਤਾਂ ਧਿਆਨ ਦੇਣ ਦੀ ਹੈ ਜੀ, ਧਿਆਨ ਹੀ ਨਹੀਂ ਇਹ ਲੋਕ ਦਿੰਦੇ ਸੀ। ਸੋ ਉਹਦੇ ਵਾਸਤੇ ਵੀ ਮਾਨ ਸਾਹਿਬ ਨੇ ਇੱਕ ਫੈਸਲਾ ਲਿਆ ਵੀ ਜਿਹੜੇ ਕੰਟਰੈਕਟ ਲੈਕਚਰਾਰ ਹੈ, ਗੈਸਟ ਫੈਕਲਟੀਜ਼ ਹੈ, ਉਹਨਾਂ ਦਾ ਵੀ ਇੱਕ ਜਿਹੜਾ ਪੇ ਸਕੇਲ ਹੈ ਉਹ ਇੱਕ ਰਿਸਪੈਕਟੇਬਲ ਜਿਹੜਾ ਅਮਾਊਂਟ ਹੈ ਉਹਨਾਂ ਨੂੰ ਦਿੱਤਾ ਜਾਊਗਾ। ਉਹਦੀ ਜਿਹੜੀਆਂ ਡਿਟੇਲ 'ਚ ਜਾਣਕਾਰੀ ਨੋਟੀਫਿਕੇਸ਼ਨ 'ਚ ਆ ਜਾਊਗੀ ਤਾਂ ਕਿ ਉਹ ਲੋਕਾਂ ਨੂੰ ਵੀ, ਜਿੰਨਾ ਚਿਰ ਉਹ ਪੱਕੇ ਨਹੀਂ ਹੁੰਦੇ, ਉਹਨਾਂ ਚਿਰ ਇੱਕ ਅੱਛੀ ਇਨਕਮ 'ਤੇ ਜਾਂ ਇੱਕ ਅੱਛੀ ਸੈਲਰੀ 'ਤੇ ਲੋਕਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਾਉਣ। ਇਹਦੇ ਨਾਲ ਅੱਜ ਟੀਚਰਸ ਡੇ 'ਤੇ ਮਾਨ ਸਾਹਿਬ ਨੇ 8736 ਕੱਚੇ ਅਧਿਆਪਕ ਪੱਕੇ ਕੀਤੇ ਆ।
ਇਹ ਉਹੀ ਕੱਚੇ ਅਧਿਆਪਕ ਪੱਕੇ ਹੋਏ ਆ ਜਿਹੜੇ ਸਰਕਾਰ ਬਣਨ ਤੋਂ ਬਾਅਦ 36,000 ਕੱਚੇ ਮੁਲਾਜ਼ਮ ਪੱਕੇ ਕਰਨ ਦਾ ਜਿਹੜਾ ਵਾਅਦਾ ਮਾਨ ਸਾਹਿਬ ਨੇ ਕੀਤਾ ਸੀ, ਉਹਨੂੰ ਅੱਜ ਅਮਲੀ ਜਾਮਾ ਪਹਿਨਾਉਂਦੇ ਹੋਏ ਉਹਦੇ ਤੇ ਇੱਕ ਸਬ ਕਮੇਟੀ ਬਣੀ ਸੀ ਤਾਂ ਕਿ ਉਹ 36,000 ਜਿਹੜੇ ਸਾਡੇ ਕੱਚੇ ਮੁਲਾਜ਼ਮ ਉਹਨਾਂ ਨੂੰ ਲੀਗਲ ਕੰਪਲਿਕੇਸ਼ਨਸ ਨਾ ਹੋਣ। ਅੱਡ ਅੱਡ ਡਿਪਾਰਟਮੈਂਟਸ ਦੀ ਉਹ ਲੋਕ ਹੈ, ਉਹਨਾਂ 'ਚੋਂ ਅੱਜ 8736 ਟੀਚਰ ਜਿਹੜੇ ਆ ਉਹ ਪੱਕੇ ਸਕੂਲ ਟੀਚਰ ਉਹ ਪੱਕੇ ਕਰਤੇ ਆ। ਸੋ ਇਹ ਸਾਰੀਆਂ ਚੀਜ਼ਾਂ ਇਸੇ ਧਿਆਨ 'ਚ ਫੈਸਲੇ ਲਏ ਆ ਕਿ ਸਾਡੇ ਟੀਚਿੰਗ ਪ੍ਰੋਵਾਈਡਰ ਜਿਹੜੇ ਐਜੂਕੇਸ਼ਨ ਪ੍ਰੋਵਾਈਡਰ ਹੈ ਉਹਨਾਂ ਨੂੰ ਵੀ ਸਮਾਜ 'ਚ ਇੱਕ ਤੇ UGC ਦੀਆਂ ਬਹੁਤ ਸਾਰੀਆਂ ਗਾਈਡਲਾਈਨ ਹੈ, ਔਰ ਇਹਦੇ ਨਾਲ ਇੱਕ ਗੱਲ ਹੋਰ ਮੈਂ ਕਹੂੰਗਾ, UGC ਦੇ ਅਗਰ ਆਪਾਂ ਪੇ ਸਕੇਲ ਨਹੀਂ ਲਾਗੂ ਕਰਦੇ ਉਹਦੇ ਨਾਲ ਕਈ ਤਰ੍ਹਾਂ ਦੀਆਂ ਸਾਡੀਆਂ ਗ੍ਰਾਂਟਸ ਜਿਹੜੀਆਂ ਚਾਹੇ ਇਨਫਰਾਸਟ੍ਰਕਚਰ ਦੀਆਂ ਰਿਸਰਚ ਨਾਲ ਰਿਲੇਟਡ ਉਹ ਰੁਕਦੀਆਂ ਸੀ। ਔਰ ਇਹ ਸਰਕਾਰ ਕਾਂਗਰਸ ਦੀ ਵੀ ਰਹੀ, ਇਹਨਾਂ ਨੇ ਧਿਆਨ, ਇਹਨਾਂ ਨੂੰ ਕੋਈ ਰਿਸਰਚ ਨਾਲ ਮਤਲਬ ਹੀ ਕੋਈ ਨਹੀਂ ਹੈ। ਸੋ ਉਹ ਮੈਨੂੰ ਲੱਗਦਾ ਇਹ ਸਾਰੀਆਂ ਚੀਜ਼ਾਂ ਅੱਜ ਬੜੇ ਸ਼ੁਭ ਦਿਹਾੜੇ ਤੇ ਟੀਚਰਸ ਡੇ ਤੇ ਮਾਨ ਸਾਹਿਬ ਦੀ ਸਰਕਾਰ ਨੇ ਫੈਸਲੇ ਲਏ ਪੰਜਾਬ ਦੇ ਨੌਜਵਾਨਾਂ ਲਈ ਔਰ ਟੀਚਰ ਦੇ ਧਿਆਨ 'ਚ ਰੱਖ ਕੇ। ਅੱਛਾ ਕੰਗ ਸਾਹਿਬ, ਸਾਨੂੰ ਕਈ ਸਵਾਲ ਵੀ ਆਏ ਹੈਗੇ ਵੀ ਜ਼ਰੂਰ ਪੁੱਛਿਓ ਆਪ ਵਾਲਿਆਂ ਨੂੰ ਕਿ ਰੈਗੂਲਰ ਭਰਤੀ ਜਿਹੜੀ ਹੈਗੀ ਅਸਿਸਟੈਂਟ ਪ੍ਰੋਫੈਸਰਾਂ ਦੀ ਪਿਛਲੀ ਸਰਕਾਰ ਦੇ ਵਿੱਚ ਉਹ ਮੈਟਰ ਸਬਜੂਡਿਸ ਹੋ ਗਿਆ, ਕਿ ਉਸ ਨੂੰ ਲੈ ਕੇ ਵੀ ਕਰ ਰਹੇ ਹੋ ਕਿ ਭਰਤੀ ਵੀ ਕੀਤੀ ਜਾਏਗੀ? ਵੇਖੋ, ਅੱਜ ਤੁਹਾਡੇ ਰਾਹੀਂ ਮੈਂ ਪੰਜਾਬ ਦੇ ਲੋਕ ਜਾਣਦੇ ਆ, ਵੈਸੇ ਇੱਕ ਵਾਰ ਦੱਸਣਾ ਬੜਾ ਜ਼ਰੂਰੀ ਹੋ ਜਾਂਦਾ ਵੀ 97 ਤੋਂ ਲੈ ਕੇ ਹਜੇ ਤੱਕ ਰੈਗੂਲਰ ਕਾਲਜਾਂ 'ਚ ਭਰਤੀ ਨਹੀਂ ਹੋਈ। ਕਿੰਨੀ ਮੰਦਭਾਗੀ ਗੱਲ ਹੈ ਵੀ ਕਿਉਂ ਨੌਜਵਾਨ ਪੰਜਾਬ 'ਚ ਰਹੂਗਾ, ਕਿਉਂ PhD ਔਰ MPhil ਔਰ UGC ਕਰਕੇ ਕਿਉਂ ਇੱਥੇ ਵਿਹਲਾ ਘੁੰਮੂਗਾ ਜਿਹਨੂੰ ਕਦੋਂ ਨੌਕਰੀ ਨਹੀਂ ਦੇਣੀ ਦੀ। ਔਰ 97 ਤੋਂ ਬਾਅਦ ਕਿਸੇ ਵੀ ਗੌਰਮੈਂਟ ਕਾਲਜ ਨੇ ਪਰਮਾਨੈਂਟ ਅਪਾਇੰਟਮੈਂਟ ਨਹੀਂ ਕੀਤੀ। ਕਾਂਗਰਸ ਦੀ ਸਰਕਾਰ ਨੇ ਪਿਛਲੀ ਨੇ ਜਾਂਦੇ ਲੋਕਾਂ ਨੂੰ ਇੱਕ ਇਲੈਕਸ਼ਨ ਵਾਸਤੇ ਫਾਇਦਾ ਲੈਣ ਲਈ, ਵੋਟਾਂ ਦਾ ਫਾਇਦਾ ਲੈਣ ਲਈ ਫਟਾਫਟ 1158 ਜਿਹੜੇ ਲੈਕਚਰਾਰ ਭਰਤੀ ਕਰ ਲਏ। ਉਹਦੇ 'ਚ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਉਹ ਇੱਕ ਪ੍ਰੋਸੀਜਰਲ ਪ੍ਰੋਪਰ ਇੱਕ ਪ੍ਰੋਸੀਜਰ ਹੁੰਦਾ ਹੈ, ਜੇ ਗਾਈਡਲਾਈਨਸ ਹੁੰਦੀਆਂ PPSC ਵੀ ਹੁੰਦੀ, ਉਹਦੇ 'ਚ ਕਾਫੀ ਚੀਜ਼ਾਂ ਹੈ, ਉਹਨੂੰ ਕੋਈ ਫੋਲੋ ਨਹੀਂ ਕੀਤਾ। ਉਹਦਾ ਰਿਜ਼ਲਟ ਇਹ ਹੋਇਆ ਵੀ ਮਾਣਯੋਗ ਹਾਈ ਕੋਰਟ ਨੇ ਉਹ ਪੂਰੀਆਂ ਜਿਹੜੀਆਂ ਅਪਾਇੰਟਮੈਂਟ ਸੀ ਉਹ ਰਿਜੈਕਟ ਕਰਤੀਆਂ ਔਰ ਲੋਕ ਉਹ ਖੱਜਲ ਖਰਾਬ ਹੋ ਰਹੇ ਸਾਡੇ ਨੌਜਵਾਨ। ਸੋ ਅਸੀਂ ਮਾਨ ਸਾਹਿਬ ਦਾ ਇਹ ਪਹਿਲੇ ਦਿਨ ਤੋਂ ਹੀ ਮੰਨਣਾ ਹੈ, ਇਸ ਕਰਕੇ ਅਸੀਂ ਵਾਰ-ਵਾਰ ਕਿਹਾ ਵੀ ਥੋੜ੍ਹਾ ਸਬਰ ਰੱਖੋ। ਅਸੀਂ ਨਹੀਂ ਚਾਹੁੰਦੇ ਕਿਸੇ ਨੌਜਵਾਨ ਨੂੰ ਅਪਾਇੰਟਮੈਂਟ ਲੈਟਰ ਮਿਲੇ, ਰੋਜ਼ਗਾਰ ਮਿਲੇ, ਬਾਅਦ 'ਚ ਉਹ ਕੋਰਟ ਕਚਹਿਰੀਆਂ 'ਚ ਧੱਕੇ ਖਾਂਦਾ ਫਿਰੇ ਜਾਂ ਉਹ ਘਰ ਬਹਿ ਜੇ ਵਿਹਲਾ ਹੋ ਕੇ ਜਾਂ ਕੋਈ ਲੀਗਲ ਕੰਪਲਿਕੇਸ਼ਨ ਆਵੇ। ਇਸੇ ਕਰਕੇ ਪੂਰਾ ਇੱਕ ਜਿਹੜਾ ਇੱਕ ਵਰਕਆਊਟ ਹੁੰਦਾ ਹੈ ਔਰ ਉਹਦੇ 'ਚ ਖਾਸ ਕਰ ਸਾਡੀ ਇੱਕ ਕੈਬਨਿਟ ਦੀ ਸਬ ਕਮੇਟੀ ਚੀਮਾ ਸਾਹਿਬ ਦੀ ਅਗਵਾਈ 'ਚ, ਚੀਮਾ ਸਾਹਿਬ, ਮੀਤ ਹੇਅਰ ਜੀ ਔਰ ਹਰਜੋਤ ਬੈਂਸ ਜੀ ਦੀ ਅਗਵਾਈ 'ਚ ਕੰਮ ਕਰ ਰਹੀ ਹੈ। ਔਰ ਮੈਨੂੰ ਲੱਗਦਾ ਵੀ ਅੱਜ ਜੇ 8736 ਸ਼ੁਰੂ ਹੋ ਗਿਆ ਤੇ ਬਹੁਤ ਜਲਦੀ ਮਤਲਬ 36000 ਕਵਰ ਹੋ ਜਾਣ। ਤੁਸੀਂ ਆਪਣੀ ਪ੍ਰੈਸ ਕਾਨਫਰੰਸ 'ਚ ਵੀ ਕਿਹਾ ਵੀ ਹਰੇ ਪੈਨ ਦਾ ਅਸਰ ਜਿਹੜਾ ਹੈਗਾ ਉਹ ਹੋਣਾ ਸ਼ੁਰੂ ਹੋ ਰਿਹਾ ਹੈ ਤੇ ਅੱਗੇ ਵੀ ਦਿਖੇਗਾ। ਇੱਕ ਮੇਰਾ ਹੋਰ ਅਹਿਮ ਸਵਾਲ ਹੈ, ਆਪਣੇ ਪੰਜਾਬ ਦੇ ਕਾਲਜ ਜਿੰਨੇ ਵੀ ਕਾਲਜ ਹੈਗੇ ਨੇ ਉਹਨਾਂ ਦੇ ਵਿੱਚ ਸੁਸਾਇਟੀਆਂ ਬਣੀਆਂ ਹੋਈਆਂ ਨੇ, ਉਹ ਵੀ ਇਸੇ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ, ਗੈਸਟ ਲੈਕਚਰਰ ਨੇ, ਪਾਰਟ ਟਾਈਮਰ ਨੇ, ਉਹਨਾਂ ਦੀਆਂ ਛੁੱਟੀਆਂ ਦਾ ਜਾਂ ਸੈਲਰੀਜ਼ ਦਾ ਕਾਫੀ ਇਸ਼ੂ ਹੈਗਾ, ਉਹਨਾਂ ਨੂੰ ਵੀ ਲੈ ਕੇ ਕੋਈ ਵਿਚਾਰ ਚਰਚਾ ਚੱਲ ਰਹੀ ਹੈ? ਨਹੀਂ, ਕਾਫੀ ਚੀਜ਼ਾਂ ਉਹਦੇ 'ਚ ਸਟਰੀਮਲਾਈਨ ਕਰਨ ਵਾਲੀਆਂ ਆ। ਈਵਨ ਕਈ ਕਾਲਜਸ 'ਚ ਨੌਜਵਾਨਾਂ ਨੂੰ ਬੇਸਿਕ ਪੇ 'ਤੇ ਰੱਖ ਲਿਆ ਜਾਂਦਾ ਹੈ ਲੇਕਿਨ ਬਾਅਦ 'ਚ ਦਿੱਤੀ ਨਹੀਂ ਜਾਂਦੀ। ਮੰਨ ਲਓ ਇੱਕ ਲੈਕਚਰਾਰ ਦੀ ਬੇਸਿਕ ਪੇ ਆ ਕੰਟਰੈਕਟ 'ਤੇ 25000 ਹੈ ਜਾਂ 35000 ਹੈ, ਉਹਨੂੰ ਕਾਗਜ਼ਾਂ 'ਚ ਤੇ ਦਿਖਾਇਆ ਜਾਂਦਾ 25000 ਜਾਂ 35000, ਲੇਕਿਨ ਉਹਦੀ ਜੇਬ 'ਚ ਸਿਰਫ ਉਹ 'ਚੋਂ 15000 ਜਾਂ 18000 ਜਾਂ 20000, ਮਤਲਬ ਉਹਦੇ 'ਚ ਬਹੁਤ ਵੱਡੀ ਇੱਕ ਧੋਖਾ ਕਹਿ ਸਕਦੇ ਹਾਂ। ਜਿਹੜੀ ਤੁਸੀਂ ਗੱਲ ਕੀਤੀ ਮੈਨੇਜਮੈਂਟ ਕਮੇਟੀਆਂ ਵੱਲੋਂ, ਉਹਦੇ ਆਉਣ ਵਾਲੇ ਟਾਈਮ 'ਚ ਉਹਦੀ ਵੀ ਇੱਕ ਥੋਰਲੀ ਇਨਕੁਆਇਰੀ ਜਿਹੜੀ ਆ ਮਾਨ ਸਾਹਿਬ ਦੀ ਸਰਕਾਰ ਔਰ ਐਜੂਕੇਸ਼ਨ ਜਿਹੜਾ ਮੰਤਰਾਲੇ ਹਾਇਰ ਐਜੂਕੇਸ਼ਨ ਖਾਸ ਕਰ ਮੀਤ ਹੇਅਰ ਜੀ ਵਾਲਾ ਉਹ 'ਤੇ ਕਰਨ ਜਾ ਰਿਹਾ। ਮਤਲਬ ਤੁਹਾਡਾ ਧਿਆਨ ਪੂਰਾ ਹੈਗਾ ਹਰ ਇੱਕ ਚੀਜ਼ ਨੂੰ ਸਟਰੀਮਲਾਈਨ ਕਰਨਾ, ਫੋਕਸ ਹੈ। ਦੇਖੋ, ਇੱਕ ਗੱਲ ਬੜੀ ਸਪਸ਼ਟ ਹੈ, ਮਾਨ ਸਾਹਿਬ ਇੱਕ ਮਿਸ਼ਨ ਨਾਲ ਜਿਹੜਾ ਆ ਰਾਜਨੀਤੀ 'ਚ ਆਏ ਆ, ਉਹ ਕਮਿਸ਼ਨ ਵਾਸਤੇ ਨਹੀਂ ਆਏ। ਔਰ ਮਿਸ਼ਨ ਦੇ ਤਹਿਤ ਉਹਨਾਂ ਦੀਆਂ ਜਿਹੜੀਆਂ ਅੱਖਾਂ ਹਰੇਕ ਡਿਪਾਰਟਮੈਂਟ 'ਤੇ ਚੌਕਸ ਹੈ ਔਰ ਫਿਕਰਮੰਦ ਹੈ। ਇਸ ਕਰਕੇ ਉਹ ਹਰੇਕ ਡਿਪਾਰਟਮੈਂਟ 'ਤੇ ਵਾਰੀ ਜਿੱਥੇ ਜਿੱਥੇ ਵੀ ਕੋਈ ਗੜਬੜ ਹੈ ਜਾਂ ਕੋਈ ਘਪਲੇਬਾਜ਼ੀ ਆ, ਸਾਰਿਆਂ ਨੂੰ ਠੀਕ ਕਰਾਂਗੇ, ਸਟਰੀਮਲਾਈਨ ਕਰਾਂਗੇ। ਜਿੱਥੇ ਕਾਨੂੰਨੀ ਕਾਰਵਾਈ ਕਰਨ ਦੀ ਜ਼ਰੂਰਤ ਪਈ ਕਾਨੂੰਨੀ ਕਾਰਵਾਈ ਵੀ ਹੋਊਗੀ, ਲੇਕਿਨ ਪੰਜਾਬ ਨਾਲ ਹੁਣ ਕੋਈ ਲੁੱਟ ਖਸੁੱਟ ਜਾਂ ਫਰੇਬ ਨਹੀਂ ਕਰਨ ਦਿੱਤਾ ਜਾਊਗਾ। ਕੰਗ ਸਾਹਿਬ, ਮੇਰਾ ਆਖਰੀ ਸਵਾਲ ਹੈ, ਨਿੱਜੀ ਤਰੀਕੇ ਨਾਲ ਤੁਸੀਂ ਕਿਵੇਂ ਦੇਖਦੇ ਹੈਗੇ? ਕਿਉਂਕਿ ਅਸੀਂ ਤੁਹਾਨੂੰ ਯੂਨੀਵਰਸਿਟੀ ਟਾਈਮ ਤੋਂ ਦੇਖਦੇ ਆ ਰਹੇ ਹਾਂ, 7ਵਾਂ ਪੇ ਕਮਿਸ਼ਨ ਲਾਗੂ ਹੋਣ ਦੇ ਨਾਲ
ਕਿੰਨਾ ਕੁ ਬੈਨੀਫਿਟ ਤੇ ਕਿੰਨਾ ਕੁ ਉਹਨਾਂ ਟੀਚਰਾਂ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਉਹਨਾਂ ਦਾ ਮੋਰਾਲ ਬੂਸਟ ਹੋਇਆ ਹੋਏਗਾ? ਤੁਹਾਨੂੰ ਕੋਲ ਵੀ ਆਏ ਹੋਣਗੇ, ਨਿੱਜੀ ਤਜਰਬਾ ਵੀ ਸਾਂਝਾ ਕਰੋ ਆਪ। ਹਾਂ ਦੇਖੋ, UGC ਪੇ ਸਕੇਲ ਨਾ ਲਾਗੂ ਹੋਣ ਕਰਕੇ ਜਿਹੜੇ ਬਹੁਤ ਹੀ ਐਕਸਟ੍ਰੀਮਲੀ ਜਿਹੜੇ ਇੰਟੈਲੀਜੈਂਸੀਆ ਸੀ ਜਿਹੜਾ ਉਹ ਲੋਕ ਸਾਡੇ ਇੱਥੇ ਕੰਮ ਕਰਕੇ ਰਾਜੀ ਨਹੀਂ ਸੀ। ਜਿਹੜੇ ਬਹੁਤ ਹੀ ਇੰਟੈਲੀਜੈਂਟ ਲੋਕ ਸੀ, ਇੰਟੈਲੈਕਚੁਅਲ ਲੋਕ ਸੀ, ਜਦੋਂ ਉਹਨਾਂ ਨੂੰ ਲੱਗਦਾ ਸੀ ਵੀ ਯਾਰ ਪੰਜਾਬ 'ਚ ਪੇ ਕਮਿਸ਼ਨ ਨਹੀਂ ਹੈ ਤਾਂ ਮੈਂ ਹਰਿਆਣੇ 'ਚ ਹਿਮਾਚਲ 'ਚ ਕਿਉਂ ਨਾ ਜਾਵਾਂ। ਸੋ ਇੱਕ ਬਹੁਤ ਵੱਡਾ ਬ੍ਰੇਨ ਡਰੇਨ ਜਿਹੜਾ ਸਾਡਾ ਪੰਜਾਬ ਦਾ ਹੋ ਰਿਹਾ ਸੀ, ਸਭ ਤੋਂ ਵੱਡੀ ਘਾਟਾ ਪੰਜਾਬ ਨੂੰ ਪੈ ਰਿਹਾ ਸੀ। ਕਿਉਂਕਿ ਜਿਹੜੀ ਸਾਡੀ ਕਰੀਮ ਸੀ ਨਾ, ਉਹ ਫਿਰ ਕਹਿੰਦੇ ਯਾਰ ਜੇ ਹਰਿਆਣਾ ਕਿੰਨੀ ਕੁ ਦੂਰ ਹੈ, ਮੈਂ ਅੰਬਾਲੇ ਜਾਂ ਕਰਨਾਲ ਨੌਕਰੀ ਕਰ ਲੂੰਗਾ, ਮੈਨੂੰ ਪੂਰੇ ਪੇ ਸਕੇਲ 'ਤੇ ਮਿਲਣਗੇ। ਇੱਕ ਗੱਲ ਤਾਂ ਇਹ ਹੋ ਗਈ, ਬ੍ਰੇਨ ਡਰੇਨ ਰੁਕੂਗਾ, ਇੰਟੈਲੀਜੈਂਟ ਲੋਕ ਹੁਣ ਇੱਥੇ, ਇਹਦੇ ਬਾਰੇ ਕਿਸੇ ਨੇ ਨਹੀਂ ਸੋਚਿਆ। ਦੂਜੀ ਗੱਲ, ਜਿਹੜੇ UGC ਵੱਲੋਂ ਕਈ ਤਰ੍ਹਾਂ ਦੇ ਰਿਸਰਚ ਪ੍ਰੋਜੈਕਟ ਮਿਲਦੇ ਆ, ਜਿਹਦੇ ਨਾਲ ਇੱਕ ਨੌਜਵਾਨ ਨੇ ਜਾਂ ਰਿਸਰਚ ਸਕੋਲਰ ਨੇ ਆਪਣਾ ਕੰਮ ਕਰਕੇ ਆਪਣੇ ਆਪ ਨੂੰ ਔਰ ਆਪਣੇ ਸੂਬੇ ਨੂੰ, ਆਪਣੇ ਦੇਸ਼ ਨੂੰ ਜਿਹੜੀ ਹੈ ਨਵੀਂ ਚੀਜ਼ ਖੋਜ ਕਰਕੇ ਦੇਣੀ ਹੈ, ਉਹ ਰਿਸਰਚ ਪ੍ਰੋਜੈਕਟਾਂ 'ਤੇ ਜਿਹੜੀ ਰੋਕ ਲੱਗੀ ਹੋਈ ਸੀ। ਤੀਸਰਾ, ਜਿਹੜਾ ਤੁਸੀਂ ਇੱਕ ਮੋਰਲ ਜਿਹੜੀ ਅਥਾਰਟੀ ਹੁੰਦੀ ਹੈ ਟੀਚਰਸ ਕੋ, ਉੱਥੇ ਕਿਤੇ ਨਾ ਕਿਤੇ ਉਹਨਾਂ ਨੂੰ ਡੀਮੋਰਲਾਈਜ਼ ਕੀਤਾ ਜਾ ਰਿਹਾ ਸੀ। ਇੱਕ ਤਰ੍ਹਾਂ ਇੱਕ ਮਜ਼ਾਕ ਬਣਾ ਰੱਖਿਆ ਸੀ ਉਹਨਾਂ ਦਾ। ਸਾਰੇ ਦੇਸ਼ 7th ਪੇ ਕਮਿਸ਼ਨ ਲੱਗ ਗਏ, ਅੱਛਾ ਪੰਜਾਬ 'ਚ ਬਾਕੀ ਸਾਰੇ ਮਹਿਕਮਿਆਂ 'ਤੇ ਵੀ ਲੱਗ ਗਏ ਐਕਸੈਪਟ ਜਿਹੜੇ ਟੀਚਿੰਗ ਡਿਪਾਰਟਮੈਂਟ 'ਤੇ। ਤਾਂ ਸੁਭਾਵਿਕ ਤੌਰ 'ਤੇ ਮਾਨ ਸਾਹਿਬ ਨੇ ਬਹੁਤ ਬਾਰੀਕੀ ਨਾਲ ਇਹਦੇ 'ਤੇ ਔਰ ਬੜਾ ਇੰਪੋਰਟੈਂਟ ਫੈਸਲਾ ਲਿਆ ਆ, ਬਹੁਤ ਹੀ ਇੰਪੋਰਟੈਂਟ। ਇਹ ਅਗਲੀਆਂ ਜਨਰੇਸ਼ਨਾਂ ਨੂੰ ਔਰ ਪੰਜਾਬ ਦੇ ਬ੍ਰੇਨ ਡਰੇਨ ਨੂੰ ਰੋਕਣ ਵਾਸਤੇ ਫੈਸਲਾ ਆ, ਔਰ ਇਹਦੇ ਅੱਛੇ ਰਿਜ਼ਲਟ ਜਿਹੜੇ ਆ ਪੰਜਾਬ ਵਾਸਤੇ ਅਗਲੇ ਆਉਣ ਵਾਲੇ ਟਾਈਮ 'ਚ ਦੇਖਣਗੇ। ਜੀ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਤਾਂ ਇਹ ਸਨ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਚੀਫ ਸਪੋਕਸਪਰਸਨ ਮਾਲਵਿੰਦਰ ਕੰਗ। ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਅੱਜ ਟੀਚਰਸ ਡੇ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਵੱਲੋਂ ਵੱਡਾ ਸਟੈਪ ਜਿਹੜਾ ਹੈਗਾ ਉਹ ਲਿਆ ਗਿਆ ਹੈਗਾ, ਤੇ ਸਾਫ਼ ਤੌਰ ਤੇ ਉਹ ਅਪੀਲ ਵੀ ਕਰਦੇ ਨਜ਼ਰ ਆਏ ਨੇ ਪੰਜਾਬ ਦੇ ਨੌਜਵਾਨਾਂ ਨੂੰ ਕਿ ਵਿਦੇਸ਼ਾਂ ਦੇ ਵਿੱਚ ਕੁਝ ਨਹੀਂ, ਪੰਜਾਬ ਦੇ ਵਿੱਚ ਹੀ ਸਾਰਿਆਂ ਨੂੰ ਨੌਕਰੀਆਂ ਵੀ ਮਿਲਣਗੀਆਂ, ਬਣਦਾ ਮਾਨ ਸਨਮਾਨ ਵੀ ਮਿਲੇਗਾ। ਪਰ ਵੱਡਾ ਫੈਸਲਾ ਜਿਹੜਾ ਹੈਗਾ ਇਹ ਲਿਆ ਗਿਆ ਹੈਗਾ, 7ਵਾਂ ਪੇ ਕਮਿਸ਼ਨ ਲਾਗੂ ਕੀਤਾ ਗਿਆ ਹੈਗਾ। 1 ਅਕਤੂਬਰ ਤੋਂ ਜਿਹੜਾ ਹੈਗਾ ਉਹ ਮਿਲਣਾ ਸ਼ੁਰੂ ਹੋ ਜਾਵੇਗਾ, ਤੇ ਇਸ ਦੇ ਨਾਲ ਮਾਲਵਿੰਦਰ ਕੰਗ ਹੁਣੀ ਵੀ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਰਿਸਰਚ ਸਕੋਲਰ ਨੇ ਜਾਂ UGC ਵੱਲੋਂ ਜਿਹੜੇ ਪ੍ਰੋਜੈਕਟ ਆਉਂਦੇ ਨੇ ਰਿਸਰਚ ਦੇ ਲਈ, ਉਹ ਮੁੜ ਸ਼ੁਰੂ ਹੋਣਗੇ, UGC ਵੱਲੋਂ ਫੰਡ ਆਉਣਗੇ। ਇਸ ਦੇ ਨਾਲ ਪੰਜਾਬ ਦਾ ਜੋ ਬ੍ਰੇਨ ਡਰੇਨ ਹੋ ਰਿਹਾ ਸੀਗਾ ਉਹ ਹੁਣ ਨਹੀਂ ਹੋਵੇਗਾ। ਪੰਜਾਬ ਦਾ ਨੌਜਵਾਨ ਪੰਜਾਬ ਦੇ ਵਿੱਚ ਹੀ ਰਹਿ ਕੇ ਰਿਸਰਚ ਕਰੇਗਾ, ਇੱਥੋਂ ਹੀ ਪੜ੍ਹੇ ਲਿਖੇਗਾ ਤੇ ਇੱਥੇ ਹੀ ਵਧੀਆ ਸੈਲਰੀ ਤੇ ਨੌਕਰੀਆਂ ਕਰੇਗਾ। ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਅਮਿਤ ਦੇ ਨਾਲ ਜਗਬਾਣੀ TV ਲਈ ਵਰੁਣ ਭੱਟ।